एबीएन देख रहे समूह दर्शकों को हम लेके आए हैं फाजिलका जिले के अलग अलग गांवों में, जहां पर किसानों द्वारा प्राइवेट सेक्टर को बढ़ावा देते हुए अलग अलग दूधियों को प्राइवेट तौर पर दूध दिया जा रहा है, लेकिन वेरका जैसी सहकारी कंपनियों को दूध नहीं दिया जा रहा है। इसके कारण अलग अलग किसानों ने अपना अलग अलग तर्क बताया है। उन्होंने बताया है भी वेरका घर घर जाकर दूध नहीं लेता, जबकि प्राइवेट रूप पर दूधी काम करने वाले घर घर जाकर दूध लेते हैं और वेरका किससे ज़्यादा रेट देते हैं, और वेरका कई बार पेमेंट भी नहीं देता, लेकिन प्राइवेट दूधी उन्हें जब चाहे पैसे दे देते हैं। जबकि एक तरफ किसान प्राइवेट का विरोध कर रहे हैं। इस संबंध में जब वेरका के मैनेजर से बात करी तो उन्होंने क्या कहा, ये सब जानने के लिए हमारे साथ बने रहें, हमारी पूरी वीडियो देखें। पेश है इस संबंध में हमारे पत्रकार देवेंद्र सहारण की रिपोर्ट। ये सारी रिपोर्ट लोगों द्वारा दी गई है और लोगों से इकट्ठी करी गई है। इसमें हमने, हमारे चैनल ने या हमारे किसी पत्रकार ने कोई भी छेड़छाड़ नहीं करी है और किसी तरह का कोई भी लेन देन नहीं है। ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਮ ਕਾਵਣ ਕੁਲਵੰਤ ਸਿੰਘ ਕੀਰਤੀ ਜੀ, ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਜਨਰਲ ਸੈਕਟਰੀ ਫਾਜ਼ਿਲਕਾ। ਤਾਂ ਜਿਹੜਾ 15 ਸਤੰਬਰ 1994 ਤੋਂ ਸਾਡੇ ਦੇਸ਼ 'ਚ ਜਿਹੜੀ ਨਵੀਂ ਨੀਤੀ ਲੈਂਦੇ ਆਧਾਰੀਕਰਨ ਦੇ ਵਪਾਰੀਕਰਨ ਨੀਤੀਆਂ ਲਿਆਂਦੀਆਂ, ਅਸੀਂ ਤਾਂ ਉਦੋਂ ਦਾ ਡਟ ਕੇ ਵਿਰੋਧ ਕਰ ਰਹੇ ਹਾਂ। ਜੋ ਸਾਡੇ ਡਾਕਟਰ ਮਨਮੋਹਨ ਸਿੰਘ ਸੀ ਵਿੱਤ ਮੰਤਰੀ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਸੀ, ਉਸ ਸਮੇਂ ਤੇ ਅਸੀਂ ਲੋਕਾਂ ਨੂੰ ਦੱਸਣ ਲੱਗ ਗਏ ਸੀ ਵੀ ਇਹ ਨੀਤੀਆਂ ਆ ਰਹੀਆਂ ਲੋਕ ਮਾਰੂ ਨੀਤੀਆਂ। ਇਹਦੇ ਵਿੱਚ ਜਿਹੜੇ ਸਾਡੇ ਪਬਲਿਕ ਅਦਾਰੇ ਆ, ਸਾਡੇ ਲੋਕਾਂ ਦੇ ਸਾਰੇ ਸਾਡੇ ਖੂਨ ਪਸੀਨੇ ਨਾਲ ਉਹਨਾਂ ਨੂੰ ਵੇਚ ਕੇ ਇਹ ਕੁਝ ਪ੍ਰਾਈਵੇਟ ਲੋਕਾਂ ਦੇ ਹੱਥ ਦੇਣਾ ਚਾਹੁੰਦੇ ਅਡਾਨੀ ਪਾਣੀ ਵਾਲੇ। ਦੂਜੇ ਪਾਸੇ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਹਾਂ ਅਸੀਂ ਵੀ ਜਿਹੜਾ 90% ਦੁੱਧ ਪ੍ਰਾਈਵੇਟ ਸੈਕਟਰ ਨੂੰ ਦੇ ਰਹੇ, ਉਸ ਬਾਰੇ ਤੁਸੀਂ ਕੀ ਕਹੋਗੇ? ਸਾਡੀ ਇਹ ਰਹਿ ਵਿੱਚ ਸਾਨੂੰ ਜਿਹੜਾ ਰੇਟ ਜਿਹੜੇ ਸਾਡੇ ਪਬਲਿਕ ਅਦਾਰੇ, ਜਿਵੇਂ ਸਾਡੇ ਸੰਸਥਾ ਬਣੀਆਂ ਜਿਹੜੀਆਂ ਵਿਰਕਾ ਵਾਲੇ ਆ ਜਾਂ ਹੋਰ ਆ, ਇਹਨਾਂ ਦਾ ਜਿਹੜੇ ਆਪਣੀ ਯੂਨੀਵਰਸਿਟੀ ਪੰਜਾਬ ਦੀਆਂ, ਉਹਨਾਂ ਨੂੰ ਇਹਨਾਂ ਦੁੱਧ ਨੂੰ ਆਪਣਾ ਰੇਟ ਬਣਾ ਕੇ ਵੱਧ ਤੋਂ ਦਿੱਤਾ ਜਾਵੇ। ਜਿਹੜੇ ਸਾਡੇ ਪ੍ਰਾਈਵੇਟ ਜਿਹੜੇ ਦੁੱਧ ਹੀ ਲੈਂਦੇ ਇਹ ਸਾਡੀ ਲੁੱਟ ਕਰਦੇ ਆ, ਇਹ ਬਹੁਤ ਘੱਟ ਰੇਟਾਂ ਦਾ ਸਾਡੇ ਪਿੰਡਾਂ 'ਚ ਦੁੱਧ ਲੈ ਕੇ ਇਹ ਉਹਨਾਂ ਦਾ ਸਾਡਾ ਸ਼ੋਸ਼ਣ ਕਰਦੇ ਆ। ਜੇ ਸਾਡੇ ਇਸ ਤੋਂ ਕੋਈ ਰੇਟ ਫਿਕਸ ਹੋ ਜਾਵੇ ਜਿਹੜਾ ਕਿ ਕਿਸਾਨਾਂ ਕੋਲ ਦੁੱਧ ਸਹੀ ਢੰਗ ਨਾਲ ਜਾਵੇ ਤਾਂ ਲੋਕਾਂ ਨੂੰ ਫਾਇਦਾ ਹੋ ਸਕਦਾ। ਵੇਰਕਾ ਦਾ ਤਾਂ ਲਿਸਟ ਬਣੀ ਹੁੰਦੀ ਹੈ, ਉਹਨਾਂ ਦਾ ਰੇਟ ਤੈਅ ਹੁੰਦਾ ਹੈ। ਵੇਰਕਾ ਦੇ ਕਰਮਚਾਰੀਆਂ ਨਾਲ ਗੱਲ ਹੋਈ ਹੈ, ਉਹ ਕਹਿੰਦੇ ਆ ਵੀ 90% ਦੁੱਧ ਸਾਡੇ ਕੋਲ ਨਹੀਂ ਆਉਂਦਾ। ਤਾਂ ਤੁਸੀਂ ਇੱਕ ਪਾਸੇ ਤਾਂ ਪ੍ਰਾਈਵੇਟ ਸੈਕਟਰ ਦਾ ਵਿਰੋਧ ਕਰਦੇ ਹੋ, ਦੂਜੇ ਪਾਸੇ ਜਿਹੜਾ ਸੈਕਟਰ ਤੁਹਾਡੇ ਹੱਥ 'ਚ ਹੈ, ਜਿਹੜਾ ਦੁੱਧ ਦਾ ਸੈਕਟਰ ਤੁਹਾਡੇ ਹੱਥ 'ਚ ਹੈ, ਤੁਹਾਡੇ ਘਰਾਂ 'ਚ ਪੈਦਾਵਾਰ ਹੁੰਦੀ ਹੈ, ਉਹ 90% ਤੁਸੀਂ ਪ੍ਰਾਈਵੇਟ ਸੈਕਟਰ ਨੂੰ ਦੇ ਰਹੇ ਹੋ। ਇਸ ਬਾਰੇ ਤੁਸੀਂ ਕੀ ਕਹੋਗੇ? ਅਸੀਂ ਸਾਥੀਓ ਇਹ ਕਹਿਣਾ ਚਾਹੁੰਦੇ ਹਾਂ, ਜਿਹੜਾ ਪ੍ਰਾਈਵੇਟ ਸੈਕਟਰ ਸਾਡੇ ਕੋਲ ਦੁੱਧ ਲੈ ਕੇ ਆਉਂਦਾ ਹੈ, ਇਹ ਸਾਡੇ ਘਰ ਘਰ ਢਾਣੀ ਜਾ ਕੇ ਜਾਂਦਾ। ਜਿਹੜੇ ਵਿਰਕਾ ਵਾਲੇ ਆ ਇਹ ਕੁਛ ਪਿੰਡਾਂ ਵਿੱਚ ਜਾਂਦੇ ਆ, ਜਾ ਕੇ ਹਰ ਪਿੰਡ ਜਿੰਨੀ ਜਾਂ ਢਾਣੀ 'ਚ ਨਹੀਂ ਜਾਂਦੇ। ਇਸ ਕਰਕੇ ਲੋਕਾਂ ਨੂੰ ਥੋੜ੍ਹਾ ਸੁਵਿਧਾ ਹੁੰਦੀ ਹੈ ਵੀ ਸਾਡੇ ਘਰੋਂ ਦੁੱਧ ਚੱਕਿਆ ਜਾਂਦਾ ਹੈ, ਜੇ ਸਸਤਾ ਜਾਵੇ ਜਾਂ ਮਹਿੰਗਾ ਜਾਵੇ। ਇਸ ਕਾਰਨ ਜੇ 90% ਦੁੱਧ ਉੱਤੇ ਪ੍ਰਾਈਵੇਟ ਲੋਕਾਂ ਕੋਲ ਜਾਂਦਾ ਹੈ। ਇਸੇ ਤਰ੍ਹਾਂ ਜੇ ਵੇਖਿਆ ਜਾਵੇ ਤਾਂ ਪ੍ਰਾਈਵੇਟ ਜਿਹੜੀ ਮੰਡੀ ਖੋਲ੍ਹੀ ਹੈ, ਫਿਰ ਉਹ ਤੁਹਾਡੇ ਘਰਾਂ ਤੋਂ ਫਸਲ ਲੈਣਗੀਆਂ ਤੇ ਫਿਰ ਉਹ ਤਾਂ ਤੁਹਾਨੂੰ ਫਿਰ ਫਾਇਦਾ ਨਹੀਂ ਹੋਊਗਾ। ਇਹੀ ਤਾਂ ਸਰਕਾਰ ਦੀ ਚਾਲ ਹੈ ਜੀ। ਉਹ ਚਾਹੁੰਦੇ ਜਿਹੜੀ ਪ੍ਰਾਈਵੇਟ ਮੰਡੀ ਨਾਲ ਖੁੱਲ੍ਹਣੀ ਹੈ, ਉਹਦੇ ਬੜੀਆਂ ਸੁਵਿਧਾ ਦੇਣੀਆਂ ਸਾਨੂੰ ਲੋਕਾਂ ਨੂੰ। ਪਹਿਲਾਂ ਇੱਕ ਵਾਰ ਤਾਂ ਉੱਥੇ ਸਾਡੇ ਵਾਸਤੇ ਏਸੀ ਲੱਗੇ ਹੋਣਗੇ, ਬੈਠਣ ਵਾਸਤੇ ਚੰਗੇ ਸਾਡੇ ਬੈਠਣ ਦਾ ਪ੍ਰਬੰਧ ਕੀਤਾ ਹੋਏਗਾ। ਜਾਂਦੇ ਸਾਰ ਸਾਨੂੰ ਠੰਡਾ ਚਾਹ ਪਾਣੀ ਵੀ ਇੱਕ ਵਾਰ ਪਿਉਣਗੇ, ਸਾਡੀ ਬੜੀ ਸੇਵਾ ਕਰਨਗੇ। ਜਦੋਂ ਸਾਡੀ ਜਿਹੜੀ ਮੰਡੀ ਹੈ, ਜਿਹੜੀ ਸਾਡੀ ਸਰਕਾਰੀ ਮੰਡੀ ਖਤਮ ਹੋ ਗਈ, ਉਸ ਤੋਂ ਬਾਅਦ ਸਾਡੇ ਕਿਸਾਨਾਂ ਦਾ ਜਿਹੜਾ ਹਾਲ ਇਹ ਕਰਨਗੇ, ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਦੂਜੇ ਪਾਸੇ ਵੇਖੀਏ ਤਾਂ ਵੇਰਕਾ ਦੀ ਗੱਲ ਕੀਤੀ ਹੈ, ਤੁਸੀਂ ਕਹਿੰਦੇ ਹੋ ਵੀ ਦੁੱਧ ਹੀ ਘਰੋਂ ਦੁੱਧ ਲੈ ਜਾਂਦੇ ਹੈ। ਜੇ ਕੱਲ੍ਹ ਨੂੰ ਵੇਰਕਾ ਨੂੰ ਪ੍ਰਾਈਵੇਟ ਕਰਦੇ ਆ, ਫਿਰ ਤੁਸੀਂ ਧਰਨਾ ਪ੍ਰਦਰਸ਼ਨ ਕਰੋਗੇ ਜਾਂ ਨਹੀਂ ਕਰਾਂਗੇ? ਅਸੀਂ ਬਿਲਕੁਲ ਵਿਰਕਾ ਦੇ ਯੂਨੀਅਨ ਬਣੀਆਂ ਸਾਥੀ ਲੋਕਾਂ ਦੇ, ਉਹਨਾਂ ਦੇ ਨਾਲ ਅਸੀਂ ਡਟ ਕੇ ਖੜੇ ਹਾਂ ਹਰ ਟਾਈਮ, ਮੋਢੇ ਨਾਲ ਮੋਢਾ ਲਾ ਕੇ। ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਬਲਿਕ ਅਦਾਰੇ ਨੂੰ ਕੌਡੀਆਂ ਦੇ ਭਾਅ ਵੇਚ ਰਹੇ ਆ, ਜਿਵੇਂ ਸਾਡਾ ਰੇਲਵੇ ਵੇਚਤਾ, ਹਵਾਈ ਜਹਾਜ਼ ਵੇਚਤੇ, ਹੋਰ ਜਿਹੜੇ ਬੀਮਾ ਕੰਪਨੀ ਵੇਚਤੀ, ਬੈਂਕ ਸਾਡੇ ਵਿੱਚ ਨੂੰ ਚੱਲੇ ਆ ਜਿਹੜੇ ਲੋਕਾਂ ਦੇ ਫਾਇਦੇ ਵਾਸਤੇ ਹੈ। ਇਸ ਤਰ੍ਹਾਂ ਇਹਨਾਂ ਨੀਤੀਆਂ ਕਰਕੇ, ਜਿਵੇਂ ਕਿ ਸਾਡੀ FCI ਦਾ ਧਰਨਾ ਲਾ ਰਹੇ ਹਾਂ, ਇਹ FCI ਸਾਡੇ ਲੋਕਾਂ ਦੇ ਕਿਸਾਨਾਂ ਦੇ ਵਾਸਤੇ ਬਹੁਤ ਫਾਇਦੇਮੰਦ ਹੈ, ਜਿਹੜੇ ਕਿ ਸਾਡੇ ਲੋਕਾਂ ਦੇ ਕੋਲ ਲੈ ਕੇ ਗਰੀਬ ਲੋਕਾਂ ਤੱਕ ਦਾਣਾ ਪਹੁੰਚਾ ਸਕਦੇ ਆ। ਪਰ ਜਿਹੜਾ ਅੱਜ ਇਹਨਾਂ ਨੇ ਮੋਦੀ ਸਰਕਾਰ ਨੇ FCI ਦਾ ਕੀਤਾ, ਇਹਦਾ ਕਚੁੰਬਰ ਕੱਢ ਰੱਖਿਆ, ਲੱਖਾਂ ਰੁਪਈਏ FCI ਦੇ ਖਾਤੇ ਬੋਲ ਰਹੇ ਆ, ਜਿਹੜੇ ਕਿ ਸਰਕਾਰ ਦੀ ਸਰਾਸਰ ਇੱਕ ਬੇਈਮਾਨੀ ਔਰ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ। ਮੈਂ ਅਬੋਹਰ ਦਾ ਕਿਸਾਨ ਆ, ਆਮ ਕਿਸਾਨ ਆ, ਮੇਰੀ ਕੋਈ ਜਥੇਬੰਦੀ ਨਹੀਂ, ਮੈਂ ਸਾਰੀ ਕਿਸਾਨ ਏਕਤਾ ਦੇ ਨਾਲ ਆ। ਇੱਥੇ ਹੀ ਮੇਰੀ ਜ਼ਮੀਨ ਹੈ, ਇੱਥੋਂ ਦਾ ਹੀ ਰਹਿਣ ਵਾਲਾ। ਕੀ ਨਾਂ ਹੈ ਤੁਹਾਡਾ ਜੀ? ਸੁਖਜਿੰਦਰ ਸਿੰਘ ਰਾਜਨ ਮੇਰਾ ਨਾਂ ਹੈ।
ਇੱਕ ਜੀ ਇਹ ਮਸਲਾ ਤੁਸੀਂ ਕਿਸਾਨ ਯੂਨੀਅਨ ਪ੍ਰਾਈਵੇਟ ਸੈਕਟਰ ਦਾ ਵਿਰੋਧ ਕਰਦੀ ਹੈ, ਮੰਨਦੇ ਹੋ ਇਹ ਗੱਲ ਨੂੰ ਤੁਸੀਂ? ਮੰਨਦੇ ਹਾਂ। ਦੂਜੇ ਪਾਸੇ ਪ੍ਰਾਈਵੇਟ ਸੈਕਟਰ ਨੂੰ ਬੜਾਵਾ ਵੀ ਯੂਨੀਅਨ ਦੇ ਰਹੀ ਹੈ। ਕਿਸ ਤਰ੍ਹਾਂ? ਜਿਵੇਂ ਪੰਜਾਬ ਦੇ ਵਿੱਚ ਵੇਰਕਾ ਡੇਅਰੀ ਹੈ, ਆਪਾਂ 90% ਦੁੱਧ ਪਾਉਂਦੇ ਆ ਪ੍ਰਾਈਵੇਟ ਸੈਕਟਰ ਨੂੰ, ਤੇ ਤੁਸੀਂ ਉਹਨੂੰ ਬੜਾਵਾ ਦੇ ਰਹੇ ਹੋ ਜਾਂ ਕੀ ਕਰ ਰਹੇ ਹੋ? ਉਹਦੇ ਬਾਰੇ ਤੁਸੀਂ ਕੀ ਕਹੋਗੇ? ਅਸੀਂ ਉਹਨੂੰ ਦੁੱਧ ਨਹੀਂ ਦਿੰਦੇ। ਪਹਿਲੀ ਗੱਲ ਤਾਂ ਸਾਡਾ ਦੁੱਧ ਘੱਟ ਰੇਟ ਤੇ ਚੱਕਦੇ ਆ। ਅਸੀਂ ਦੁੱਧ ਪ੍ਰਾਈਵੇਟ ਜਿਹੜੇ ਘਰੋਂ ਲੋਕ ਲੈ ਕੇ ਖੁਸ਼, ਉਹਨਾਂ ਨੂੰ ਦੇ ਕੇ ਅਸੀਂ ਖੁਸ਼ ਹੈਗੇ ਆ। ਇਹਦਾ ਦੁੱਧ ਨਜਾਇਜ਼ ਜਦੋਂ ਵੱਧ ਜਾਂਦਾ, ਜਿਨ੍ਹਾਂ ਨੇ ਡੇਅਰੀਆਂ ਖੋਲੀਆਂ ਉਸ ਕਰਕੇ ਲਿਜਾਣਾ ਪੈਂਦਾ, ਜੋ ਦੁੱਧ ਦੀ ਖਪਤ ਨਹੀਂ ਹੁੰਦੀ ਸਾਡੀ, ਇਸ ਕਰਕੇ ਉਹਨੂੰ ਦੁੱਧ ਸਾਨੂੰ ਦੇਣਾ ਪੈਂਦਾ। ਤੁਸੀਂ ਮੰਨਦੇ ਹੋ ਵੀ ਪ੍ਰਾਈਵੇਟ ਸੈਕਟਰ ਨੂੰ ਦਿੰਦੇ ਹੋ ਦੁੱਧ? ਪ੍ਰਾਈਵੇਟ ਸੈਕਟਰ ਨੂੰ ਅਸੀਂ ਦਿੰਦੇ ਆ, ਇਹ ਗੱਲ ਮੰਨਦੇ ਆ, ਅਸੀਂ ਪ੍ਰਾਈਵੇਟ ਸੈਕਟਰ ਨੂੰ ਦਿੰਦੇ ਆ, ਪਰ ਸਾਨੂੰ ਦੁੱਧ ਦਾ ਉਹਦੀ ਖਪਤ ਦਾ ਪਤਾ ਲੱਗੇ ਕਿੱਥੇ ਲਾਈਏ ਉਹਨੂੰ। ਹੁਣ ਕਣਕ ਮੰਨ ਲਾ ਮੋਦੀ ਨਹੀਂ ਲੈਂਦਾ 40 ਮਨ ਤੋਂ ਬਾਅਦ, ਕਣਕ 40 ਮਨ ਸਾਡੀ ਇਹਨੇ ਕਿੱਲੇ ਦੀ ਕਰਤੀ ਆ, ਉਸ ਤੋਂ ਬਾਅਦ ਕਣਕ ਨਹੀਂ ਲੈਂਦਾ ਤੇ ਉਹ ਸਾਡੀ ਘੱਟ ਰੇਟ, ਅਸੀਂ ਉਹਨੂੰ ਵੇਚਣੀ ਪੈਣੀ, ਸਾਨੂੰ ਕਿਸੇ ਨਾ ਕਿਸੇ ਨੂੰ ਸਾਨੂੰ ਦੇਣੀ ਪੈਣੀ। ਮੰਨ ਲਾ ਹੁਣ ਠੇਕੇ ਵਾਲਾ ਹੈ, ਠੇਕੇ ਵਾਲੇ ਜਿਹਨੇ ਜ਼ਮੀਨ ਲਈ ਉਹ ਜਮਾਬੰਦੀ ਕਿੱਥੋਂ ਲਿਆਊਗਾ, ਕਿੱਥੋਂ ਦੇਊਗਾ? ਇਹ ਸਾਡੇ ਲਈ ਬੰਦਾ ਘਾਤਕ ਹੈ। ਕੱਲ ਉਹਨਾਂ ਕੋ ਤੁਸੀਂ ਵੇਖੋਗੇ ਬਿਜਲੀ ਸੋਧ ਬਿੱਲ ਦੁਬਾਰਾ ਲਾਗੂ ਕਰਨ ਦਾ ਕਾਰਨ ਹੈ ਇਹ ਜ਼ਿਮੀਂਦਾਰਾਂ ਦੀ ਤਲਵਾਰ ਹੈ, ਵੀ ਜ਼ਿਮੀਂਦਾਰਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਟਿਊਬਵੈੱਲਾਂ ਦੀ, ਉਹਨੂੰ ਬੰਦ ਕਰਨ ਦਾ ਤਰੀਕਾ ਹੈ, ਹੋਰ ਕੀ ਹੈ? ਤੁਸੀਂ ਕਹਿ ਰਹੇ ਹੋ ਵੀ ਅਸੀਂ ਦੁੱਧ ਕਿਸੇ ਨੂੰ ਤਾਂ ਪਾਉਣਾ ਹੀ ਹੈ। ਜਦੋਂ ਪੰਜਾਬ ਸਰਕਾਰ ਦੀ ਵੇਰਕਾ ਡੇਅਰੀ ਚੱਲਦੀ ਹੈ, ਉਹਦੇ ਬਜਾਏ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਦੇ ਰਹੇ ਹੋ। ਕੱਲ ਨੂੰ ਜੇ ਵੇਰਕਾ ਫੇਲ ਹੋ ਜਾਂਦੀ ਹੈ ਘਾਟੇ ਕਾਰਨ, ਤਾਂ ਤੁਸੀਂ ਉਹਦੇ ਧਰਨਾ ਪ੍ਰਦਰਸ਼ਨ, ਜਾਂ ਜੇ ਉਸ ਨੂੰ ਪ੍ਰਾਈਵੇਟ ਸੈਕਟਰ ਨੂੰ ਦਿੰਦੇ ਹੈ ਵੇਰਕਾ ਨੂੰ, ਤਾਂ ਧਰਨਾ ਪ੍ਰਦਰਸ਼ਨ ਤੁਸੀਂ ਕਰੋਗੇ? ਕਰਾਂਗੇ। ਅਸੀਂ ਵੇਰਕਾ ਵਾਲੇ ਦੇ ਨਾਲ ਆ, ਉਹ ਗੱਲ ਨਹੀਂ ਹੈਗੀ। ਮੰਨ ਲਓ ਅਸੀਂ ਦੇਣਾ ਦੁੱਧ ਦਿਆਂਗੇ, ਪਹਿਲੇ ਜਿਹੜੀ ਸਾਨੂੰ ਵੱਧ ਪੈਸੇ ਦਊਗੀ ਅਸੀਂ ਉਹਨੂੰ ਦੁੱਧ ਦਿਆਂਗੇ। क्या नाम है जी आप? मेरा नाम है जी बलराम केसवाड़िया, गांव हीरावाड़ी, वाइस प्रेसिडेंट द मिल्क प्रोड्यूसर्स कोऑपरेटिव सोसाइटी हीरावाड़ी। आपके पास कितने % दूध आ रहा है? देखो जी, पूरे गांव से हमारे पास सिर्फ 10% दूध जो है, लोग हमारे सेक्टर के साथ जुड़े हुए हैं, मिल्क फेड के साथ जुड़े हुए हैं। बाकी सभी जो लोग हैं वो प्राइवेट दूध दे रहे हैं। ओपन मंडी में लोग ज़्यादा विश्वास करते हैं। ओपन मार्केटिंग जैसे चल रही है, ओपन मार्केटिंग के अंदर सबसे ज़्यादा घोटाले, घपलेबाजी, मिलावट, मिक्सिंग ये सब चलती है, फिर भी लोग जो है प्राइवेट सेक्टर को ज़्यादा दूध दे रहे हैं। आज मैंने कुछ किसानों से बात की, वो बोल रहे हैं पेमेंट टाइम पे नहीं मिलती, तो उसके बारे में आप क्या कह रहे हो? नहीं, देखिए, मैं जो हमारी सोसाइटी है 2004 से लगातार कंटिन्यू काम कर रही है। इतने सालों में आज तक पेमेंट की कोई दिक्कत नहीं आई है। 1-2 दिन 4 दिन जो सरकारी छुट्टी वगैरह आ गई, बैंक के थ्रू आती है पेमेंट, इसके हिसाब से कोई 2-4 दिन लेट हो जाती है, बाकी पेमेंट का कोई इशू नहीं है। और रेट प्राइवेट और आपके सरकारी रेट में कितना फ़र्क है? किसान बोल रहे हैं रेट में फ़र्क है, ये सच है या झूठ है? आप क्या कहना चाहेंगे? देखिए, मैं आपके माध्यम से ये बताना चाहता हूँ, रेट जो है हमारा, जो मिल्क फेड का जो रेट है, प्राइवेट दूधी या प्राइवेट जो ठेकेदार है जो दूध का काम करते हैं, वो हमारे रेट से 1 रुपया एक्स्ट्रा दे करके दूध ले लेते हैं, और वही दूध जो है वेरका में डालते हैं, वही दूध जो है वो सरकारी सेक्टर के अंदर मिल्क फेड के अंदर डालते हैं। वो उनसे ही पूछा जाए कि आप वेरका रेट से अधिक पैसे दे करके दूध खरीदते हो, और उसके बाद फिर वो वेरका रेट में आप मिल्क फेड को दे देते हो, तो ये तो सीधा सीधी बात यही होगी, वो मिलावट करते हैं बिल्कुल, या कोई धोखाधड़ी करते हैं। मैं ना आपके माध्यम से सभी जो प्राइवेट ठेकेदार है उनको चैलेंज करता हूँ। हमारा दूध का जो काम है 2004 से मैंने आपको बताया लगातार चल रहा है। हमारे पास टेस्टिंग किटें हैं, हर साल हमारे पास कम से कम 3,000-4,000 रुपए की टेस्टिंग किट आती है, जिसके अंदर शुगर, ग्लूकोज, माल्टो और साल्ट वगैरह सभी छोटे मोटे जितने भी टेस्ट है, कम से कम 13-14 टेस्ट जो है हमारी सोसाइटी पे होते हैं। तो ये 13-14 टेस्ट क्लियर करने के बाद मिल्क फेड जो है दूध खरीदता है। और प्राइवेट सेक्टर में क्या है बताओ? प्राइवेट सेक्टर का एक भी सैंपल आप पास करवा दो, सारे के सारे सैंपल जो प्राइवेट सेक्टर के फेल होंगे। दूसरी बात यह है, अगर प्राइवेट सेक्टर से दूधी हैं या प्राइवेट दूध के जो ठेकेदार हैं जो प्राइवेट दूध का काम कर रहे हैं, वो लूज पैकिंग में दूध बेचते हैं। किसी ने दूध ले लिया, उसके अंदर क्या है क्या नहीं, ना ही तो आप उसकी सैंपलिंग करवा सकते हो, ना ही उसका कोई रिस्पॉन्सिबिलिटी है उसकी।
और जो हमारे से जो दूध लेगा, मिल्कफेड से जो दूध लेगा, मिल्कफेड हमारी जो पैकिंग आती है दूध की, तो वो दूध की पैकिंग आप जहां आपका दिल चाहे आप जाकर के उसको चेकिंग करवा सकते हो, उसकी जो है रिपोर्ट आप ले सकते हो। लेकिन ये प्राइवेट सेक्टर के जो दोधी हैं, जो दूध दे रहे हैं, दूध बेच रहे हैं, इनका तो कोई जिम्मेवारी नहीं है, कोई रिस्पॉन्सिबिलिटी नहीं है। देखो आज आंदोलन चल रहा है इतना बड़ा, प्राइवेट सेक्टर के अंदर फसल की खरीद फरोख्त और जो हमारी जो प्रोड्यूस है उसको आप प्राइवेट सेक्टर के अंदर इतना खिलाफत कर रहे हो, तो आज ये मिल्कफेड जो है कोऑपरेटिव सोसाइटीज है, ये किसानों की हैं। किसानों द्वारा दूध पैदा किया जाता है और उसका फिर उसके बाद मंडीकरण होता है और इससे किसानों को ही फायदा होता है। लेकिन फिर भी जो है आज 10% दूध जो है सोसाइटियों पे आ रहा है, मिल्कफेड में आ रहा है, बाकी सारा प्राइवेट सेक्टर में जा रहा है। तो ये दोगली नीति, मैं ये किसान भाइयों से भी पूछना चाहता हूं कि ये दोगली नीति क्यों है? अगर एक तरफ तो आप बोल रहे हो कि प्राइवेट सेक्टर जो है अच्छा है, हमारा घर से दूध उठा लेता है, हमें पैसे ज्यादा देता है, मिलावट होकर के वही दूध हमारे पास वापस आ जाता है, एक तो ये चीज है। दूसरी तरफ ये प्राइवेट सेक्टर आज वेरका है, वेरका अगर फेल होता है, वेरका अगर घाटे में है, तो ये जिम्मेदारों के कारण ही है, किसानों के कारण ही है। किसान दूध देंगे तो जो ये सेक्टर बढ़ेगा और अच्छा रेट देगा। एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।